आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਜ ਮਲ ਮੁਖ ਖਾਰਿਕ ਦੀਨੋ, ਕੁੰਕਮ ਤਿਲਕ ਭਾਲ ਮੈਂ ਕੀਨੋ। ਮੰਗਲ ਭਇਓ ਅਨੇਕ ਪ੍ਰਕਾਰੇ, ਮੋਦਕ ਮੋਦਤ ਲੇਤ ਸਬਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸੁਭਾਈਮਾਨ ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਸੰਧਿਆ ਦੇ ਦੀਵਾਨ ਸਜੇ ਹਨ। ਸੋਹਦਾ ਰਹਿਰਾਸ ਸਾਹਿਬ ਜੀ ਦੇ ਪਾਠ, ਆਰਤੀ ਦੇ ਕੀਰਤਨ ਗੁਰੂ ਕੀ ਸੰਗਤ ਨੇ ਸਰਵਣ ਕੀਤੇ ਹਨ। ਧੰਨ ਧੰਨ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਛੇਵੇਂ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ, ਲੜੀਵਾਰ ਕਥਾ ਆਪ ਜੀ ਰੋਜ਼ ਸਰਵਣ ਕਰ ਰਹੇ ਹੋ। ਹੁਣ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਰਾਜਮਾਨ ਹਨ। ਸ੍ਰੀ ਅਕਾਲ ਤਖਤ ਸਾਹਿਬ 'ਤੇ ਦੀਵਾਨ ਲਾ ਕੇ ਸੰਗਤਾਂ ਨੂੰ ਰੋਜ਼ਾਨਾ ਦਰਸ਼ਨ ਦਿੰਦੇ ਹਨ। ਢਾਡੀਆਂ ਕੋਲੋਂ ਜੋਸ਼ੀਲੀਆਂ ਵਾਰਾਂ ਸੁਣ ਕੇ ਸੂਰਬੀਰ ਯੋਧੇ ਉਤਸ਼ਾਹੀ ਹੁੰਦੇ ਹਨ, ਔਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਮਨ ਸ਼ਾਂਤ ਹੁੰਦਾ ਹੈ। ਇਹ ਭਗਤੀ ਔਰ ਸ਼ਕਤੀ ਦਾ, ਸ਼ਾਂਤੀ ਤੇ ਕ੍ਰਾਂਤੀ ਦਾ ਸੁਮੇਲ ਛੇਵੇਂ ਪਾਤਸ਼ਾਹ ਨੇ ਕੀਤਾ ਹੋਇਆ। ਇੱਕ ਪਾਸੇ ਗੁਰੂ ਕੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਮਨ ਨੂੰ ਸ਼ਾਂਤੀ ਦਿੰਦੀ ਹੈ, ਠੰਡ ਪਾਉਂਦੀ ਹੈ। ਦੂਜੇ ਪਾਸੇ ਵੀਰ ਰਸ ਦੀਆਂ ਢਾਡੀ ਵਾਰਾਂ ਯੋਧਿਆਂ ਦੇ ਖੂਨ ਨੂੰ ਉਬਾਲਾ ਦੇ ਕੇ ਜੋਸ਼ੀਲੇ ਤੇ ਸੂਰਬੀਰ ਬਣਾਉਂਦੀਆਂ ਹਨ। ਇਹ ਦੋਵੇਂ ਗੱਲਾਂ ਗੁਰੂ ਸਾਹਿਬ ਨੇ ਇਕੱਠੀਆਂ ਕਰਤੀਆਂ। ਭਗਤੀ ਦਾ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਹੈ, ਸ਼ਕਤੀ ਦੇ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਜੀ। ਆਮਣੇ ਸਾਹਮਣੇ ਭਗਤੀ, ਸ਼ਕਤੀ, ਧਰਮ ਤੇ ਰਾਜਨੀਤੀ ਸਤਿਗੁਰੂ ਜੀ ਨੇ ਸਾਨੂੰ ਇੱਕ ਉਪਦੇਸ਼ ਦਿੱਤਾ। ਸੋ ਐਸਾ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਨੇ ਅਕਾਲ ਤਖਤ ਦੀ ਬਣਾਵਟ ਇਸ ਤਰ੍ਹਾਂ ਦੀ ਬਣਾਈ, ਨਕਸ਼ਾ ਇਸ ਤਰ੍ਹਾਂ ਬਣਾਇਆ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਬੈਠੇ ਹੋਈਏ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਹੁੰਦੇ ਹਨ। ਪਰ ਹਰਿਮੰਦਰ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ। ਇਹਦਾ ਮਤਲਬ ਇਹ ਹੈ ਵੀ ਰਾਜਨੀਤੀ 'ਚ ਰਹਿ ਕੇ ਧਰਮ ਦਾ ਦਰਸ਼ਨ ਹੁੰਦਾ ਰਹੇ। ਭਾਵ ਜਿੱਥੇ ਰਾਜਨੀਤੀ ਹੈ, ਸ਼ਕਤੀ ਹੈ, ਤਾਕਤ ਹੈ, ਪਾਵਰ ਹੈ, ਉੱਥੇ ਸਾਨੂੰ ਅਹਿਸਾਸ ਰਹੇ ਵੀ ਸਾਡੇ ਉੱਤੇ ਧਰਮ ਦਾ, ਭਗਤੀ ਦਾ ਕੁੰਡਾ ਹੈ। ਪਰ ਜਿੱਥੇ ਅਸੀਂ ਭਗਤੀ ਕਰ ਰਹੇ ਹੋਈਏ, ਨਾਮ ਜਪ ਰਹੇ ਹੋਈਏ, ਉੱਥੇ ਫਿਰ ਇਹ ਦੁਨਿਆਵੀ ਚੀਜ਼ਾਂ, ਜਿਹੜੀ ਰਾਜਨੀਤੀ ਹੈ ਜਾਂ ਹੋਰ ਚੀਜ਼ਾਂ ਹਨ, ਉਹਦੇ ਵਿੱਚ ਧਿਆਨ ਨਾ ਜਾਵੇ, ਕੇਵਲ ਪ੍ਰਭੂ ਦੀ ਭਗਤੀ ਵਿੱਚ ਹੀ ਲੀਨ ਹੋਈਏ। ਇਹ ਬੜਾ ਇੱਕ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਡੂੰਘਾ ਫਲਸਫਾ ਰੱਖਿਆ ਹੈ। ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪਾਲਕੀ ਤੋਂ ਹਰਿਮੰਦਰ ਸਾਹਿਬ ਵੱਲ ਦੇਖਦਿਆਂ ਦਰਸ਼ਨ ਹੁੰਦੇ ਹਨ, ਹਰਿਮੰਦਰ ਸਾਹਿਬ ਦੇ ਵਿੱਚ ਬੈਠ ਕੇ ਜਦੋਂ ਕੀਰਤਨ ਸੁਣੀਦਾ, ਅਕਾਲ ਤਖਤ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ। ਇਸ ਤਰ੍ਹਾਂ ਇਹ ਸਤਿਗੁਰੂ ਜੀ ਨੇ ਵਿਧੀ ਬਣਾਈ ਹੈ। ਸੋ ਭਗਤੀ ਔਰ ਸ਼ਕਤੀ ਇਕੱਠੇ ਕਰ ਦਿੱਤੇ। ਇੱਥੇ ਜੋੜ ਮੇਲਾ ਲੱਗਾ ਹੋਇਆ ਸੀ, ਬੜੀਆਂ ਸੰਗਤਾਂ ਆਈਆਂ ਹੋਈਆਂ ਸਨ ਦੀਪਮਾਲਾ 'ਤੇ। ਬਹੁਤ ਦੂਰੋਂ ਨੇੜਿਓਂ ਚੱਲ ਕੇ ਸਿੱਖ ਆਏ ਸਨ। ਇੱਕ ਬਾਬਾ ਪ੍ਰੇਮ ਚੰਦ ਜੀ ਸਿਲੀ, ਗੁਰੂ ਘਰ ਦੇ ਪ੍ਰੇਮੀ, ਉਹ ਦਰਬਾਰ ਵਿੱਚ ਦਰਸ਼ਨ ਕਰਨ ਲਈ ਆਏ। ਉਹਦੀ ਬੇਟੀ ਵਿਆਹਣਯੋਗ ਸੀ। ਗੁਰੂ ਕੇ ਸਾਹਿਬਜ਼ਾਦੇ ਬਾਬਾ ਸੂਰਜਮਲ ਜੀ ਵੱਲ ਦੇਖਿਆ। ਮਨ ਵਿੱਚ ਫੁਰਨਾ ਹੋਇਆ, ਜੇ ਗੁਰੂ ਸਾਹਿਬ ਮੇਰੀ ਬੇਟੀ ਦਾ ਰਿਸ਼ਤਾ ਪ੍ਰਵਾਨ ਕਰਨ ਤੇ ਸਾਹਿਬਜ਼ਾਦੇ ਦੇ ਚਰਨਾਂ ਦੀ ਦਾਸੀ ਬਣੇ
ਤੋ ਉਸ ਬਾਬਾ ਪ੍ਰੇਮ ਚੰਦ ਨੇ ਸਤਿਗੁਰੂ ਨੂੰ ਆ ਕੇ ਬੇਨਤੀ ਕਰ ਦਿੱਤੀ ਤੇ ਗੁਰੂ ਸਾਹਿਬ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਬਾਬਾ ਬਿਧੀ ਚੰਦ ਜੀ ਨੂੰ ਇਸ਼ਾਰਾ ਕੀਤਾ। ਉਹਨਾਂ ਨੇ ਸਤਿਕਾਰ ਨਾਲ ਉਹਨਾਂ ਨੂੰ ਬਿਠਾਇਆ ਤੇ ਗੁਰੂ ਸਾਹਿਬ ਦੇ ਮੁਖ ਤੋਂ ਰਿਸ਼ਤੇ ਦੀ ਪ੍ਰਵਾਨਗੀ ਲੈ ਕੇ ਬਾਬਾ ਸੂਰਜਮਲ ਜੀ ਨੂੰ ਛੁਹਾਰਾ ਲਾ ਦਿੱਤਾ ਹੈ। ਆਓ ਇੱਥੋਂ ਕਥਾ ਅੱਗੇ ਆਰੰਭ ਹੁੰਦੀ ਹੈ। ਮਨ ਬਿਰਤੀਆਂ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਜੋੜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਜ ਮਲ ਮੁਖ ਖਾਰਕ ਦੀਨੋ। ਬਾਬਾ ਸੂਰਜਮਲ ਜੀ ਦੇ ਮੁਖ ਵਿੱਚ ਵਿਆਹ ਦਾ ਸਗਨਾਂ ਦਾ ਕੁੜਮਾਈ ਦਾ ਛੁਹਾਰਾ ਲਾ ਦਿੱਤਾ ਹੈ। ਕੁੰਕਮ ਤਿਲਕ ਭਾਲ ਮੈਂ ਕੀਨੋ। ਔਰ ਕੇਸਰ ਦਾ ਚੰਦਨ ਦਾ ਤਿਲਕ ਮੱਥੇ ਤੇ ਬਾਬਾ ਸੂਰਜਮਲ ਜੀ ਦੇ ਲਾ ਦਿੱਤਾ ਹੈ। ਮੰਗਲ ਭਇਓ ਅਨੇਕ ਪ੍ਰਕਾਰੇ। ਅਨੇਕਾਂ ਪ੍ਰਕਾਰ ਦੇ ਖੁਸ਼ੀ ਦੇ ਮੰਗਲ ਹੋਏ ਹਨ, ਖੁਸ਼ੀ ਦੇ ਬਾਜੇ ਵੱਜੇ ਹਨ। ਮੋਦਕ ਮੋਦਤ ਲੇਤ ਸਬਾਰੇ। ਔਰ ਖੁਸ਼ੀ ਖੁਸ਼ੀ ਦੇ ਨਾਲ ਖੁਸ਼ੀ ਦੇ ਲੱਡੂ ਵਰਤਾਏ ਗਏ। ਮੋਦਕ ਨਾਮ ਲੱਡੂਆਂ ਦਾ ਹੈ, ਮੋਦ ਨਾਮ ਖੁਸ਼ੀ ਦਾ ਹੈ। ਮੋਦ ਕਰਨ ਵਾਲੇ, ਖੁਸ਼ੀ ਕਰਨ ਵਾਲੇ ਕੀ ਲੱਡੂ ਖੁਸ਼ੀ ਦੇ ਵਿੱਚ ਵਰਤਾਏ ਗਏ ਹਨ। ਸਭਨ ਬਖੈ ਬਹੁਤੇ ਵਰਤਾਏ। ਸਾਰੀ ਫੌਜ ਨੂੰ, ਸਾਰੀਆਂ ਸੰਗਤਾਂ ਨੂੰ ਖੁੱਲੇ ਲੱਡੂ ਵਰਤਾਏ ਗਏ ਹਨ। ਪਿਖ ਉਤ ਸਭ ਕੋ ਉਰ ਹਰ ਖਾਏ। ਸਾਰੇ ਖੁਸ਼ ਹੋਏ ਹਨ। ਬੜਾ ਉਤਸਵ ਹੋ ਰਿਹਾ ਕਿ ਗੁਰੂ ਮਹਾਰਾਜ ਦੇ ਬੇਟੇ ਸਾਹਿਬਜ਼ਾਦੇ ਬਾਬਾ ਸੂਰਜਮਲ ਜੀ ਦਾ ਰਿਸ਼ਤਾ ਹੋ ਗਿਆ ਹੈ। ਜਾਚਕ ਗਨ ਕੋ ਧਨ ਬਹੁ ਦੀਨ। ਮੰਗਤੇ ਜਿਹੜੇ ਆਏ ਹੋਏ ਸਨ ਉਹਨਾਂ ਨੂੰ ਬਾਬਾ ਸੂਰਜਮਲ ਜੀ ਦੇ ਰਿਸ਼ਤੇ ਦੀ ਖੁਸ਼ੀ ਵਿੱਚ ਬਹੁਤ ਧਨ ਦਿੱਤਾ ਹੈ। ਜੋ ਜੋ ਗਰੀਬ ਲੋਕਾਂ ਨੇ ਮੰਗਿਆ ਹੈ ਗੁਰੂ ਦੇ ਖਜ਼ਾਨੇ ਚੋਂ ਸਭ ਨੂੰ ਮਿਲ ਗਿਆ ਹੈ। ਲੈ ਲੈ ਸਭਨ ਸੋ ਜਸ ਕੋ ਕੀਨ। ਮੰਗਤੇ ਆਉਂਦੇ ਨੇ, ਝੋਲੀਆਂ ਭਰ ਕੇ ਜਾਂਦੇ ਨੇ ਤੇ ਗੁਰੂ ਮਹਾਰਾਜ ਦਾ ਜਸ ਗਾਉਂਦੇ ਨੇ। ਪ੍ਰੇਮ ਚੰਦ ਸਗਰੀ ਵਿਦ ਕਰਕੇ। ਬਾਬਾ ਪ੍ਰੇਮ ਚੰਦ ਜੀ ਸਿਲੀ ਜਿਨ੍ਹਾਂ ਨੇ ਆਪਣੀ ਬੇਟੀ ਖੇਮ ਕੌਰ ਦਾ ਰਿਸ਼ਤਾ ਬਾਬਾ ਸੂਰਜਮਲ ਜੀ ਵੱਲ ਕੀਤਾ ਹੈ, ਸਾਰੀ ਮਰਜ਼ਾਦਾ ਨਿਭਾ ਕੇ ਸਗਨ ਵਿਹਾਰ ਕਰਕੇ ਗਮਨਿਓ ਸਦਨ ਅਨੰਦ ਕੋ ਧਰ ਕੇ। ਬੜੀ ਖੁਸ਼ੀ ਦੇ ਨਾਲ ਵਾਪਸ ਆਪਣੇ ਪਿੰਡ ਨੂੰ ਚਲੇ ਗਏ ਸਤਿਗੁਰਾਂ ਤੋਂ ਆਗਿਆ ਲੈ ਕੇ। ਜਾਏ ਤਹਾਂ ਉਤ ਸਭ ਕੋ ਕੀਨਾ। ਉਹ ਬਾਬਾ ਪ੍ਰੇਮ ਚੰਦ ਨੇ ਆਪਣੇ ਪਿੰਡ ਜਾ ਕੇ ਸਤਿਗੁਰੂ ਜੀ ਦੇ ਬੇਟੇ ਨਾਲ ਆਪਣੀ ਬੇਟੀ ਦਾ ਰਿਸ਼ਤਾ ਕਰਨ ਦੀ ਗੱਲ ਘਰ ਵਾਲਿਆਂ ਨੂੰ ਦੱਸੀ ਹੈ। ਘਰ ਦੇ ਵੀ ਸਾਰੇ ਖੁਸ਼ ਹੋਏ ਨੇ ਔਰ ਬੜਾ ਭਾਰੀ ਉਤਸਵ ਹੋਇਆ ਹੈ। ਕਹਿ ਕੁਟੰਬ ਕੋ ਹਰਖ ਸੋ ਦੀਨਾ। ਸਾਰਾ ਪਰਿਵਾਰ ਬੜਾ ਖੁਸ਼ ਹੋਇਆ ਵੀ ਸਾਡੀ ਬੇਟੀ ਦਾ, ਸਾਡੀ ਖੇਮ ਕੌਰ ਦਾ ਰਿਸ਼ਤਾ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਨਾਲ ਬਾਬਾ ਸੂਰਜਮਲ ਜੀ ਨਾਲ ਹੋ ਗਿਆ ਹੈ। ਇਤ ਸਤਿਗੁਰ ਮੇਲਾ ਕਰ ਆਸ਼ੇ। ਇਧਰ ਮਹਾਰਾਜ ਮੇਲਾ ਸੰਪੂਰਨ ਕੀਤਾ ਹੈ। ਮੇਲਾ ਬਹੁਤ ਵੱਡਾ ਸੀਗਾ। ਉੱਤਰ ਦੱਖਣ ਪੂਰਬ ਪੱਛਮ ਤੋਂ ਸੰਗਤਾਂ ਆਈਆਂ ਹੋਈਆਂ ਸਨ। ਉਹ ਸਾਰੀਆਂ ਸੰਗਤਾਂ ਨੂੰ ਦਰਸ਼ਨ ਦੇ ਕੇ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਕੇ ਤੇ ਉਹਨਾਂ ਨੂੰ ਵਾਪਸ ਵਿਦਾਇਗੀਆਂ ਦਿੱਤੀਆਂ ਹਨ। ਸੰਗਤਾਂ ਦਰਸ਼ਨ ਮੇਲੇ ਕਰਕੇ ਆਪਣੇ ਆਪਣੇ ਪਿੰਡਾਂ, ਸ਼ਹਿਰਾਂ, ਨਗਰਾਂ ਨੂੰ ਚਲੀਆਂ ਗਈਆਂ ਹਨ। ਸਹਿਤ ਮਸੰਦ ਬਿਸਰਜਤ ਪਾਸ਼ੇ। ਜਿਹੜੇ ਮਸੰਦ ਸਨ ਆਏ ਹੋਏ ਦੂਰੋਂ ਦੂਰੋਂ ਸੰਗਤਾਂ ਨੂੰ ਲੈ ਕੇ, ਉਹ ਵੀ ਸੰਗਤਾਂ ਨੂੰ ਲੈ ਕੇ ਵਾਪਸ ਚਲੇ ਗਏ ਹਨ। ਜਥਾ ਜੋਗ ਦੈ ਸਿਰ ਪਾਓ। ਸਾਰੇ ਇਸ ਮਸੰਦਾਂ ਨੂੰ ਮਹਾਰਾਜ ਨੇ ਉਹਨਾਂ ਦੀ ਪੋਜੀਸ਼ਨ ਦੇ ਮੁਤਾਬਕ ਸਰੋਪੇ ਬਖਸ਼ਿਸ਼ ਕੀਤੇ ਹਨ। ਸੰਗਤਾਂ ਨੂੰ ਵੀ ਬਖਸ਼ਿਸ਼ਾਂ ਦਿੱਤੀਆਂ ਹਨ। ਗੁਰੂ ਘਰ ਦੇ ਸਰੋਪੇ ਬਖਸ਼ਿਸ਼ਾਂ ਲੈ ਕੇ ਸਭ ਚਲੇ ਗਏ ਹਨ। ਤਿਸੀ ਦੇਸ਼ ਭੇਜੇ ਕਰਨਾਓ। ਮਹਾਰਾਜ ਕਿਰਪਾ ਨਿਧਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰੀਆਂ ਸੰਗਤਾਂ ਨੂੰ ਵਿਦਾ ਕੀਤਾ। ਉਹ ਆਪਣੇ ਆਪਣੇ ਦੇਸ਼ਾਂ ਨੂੰ, ਆਪਣੇ ਆਪਣੇ ਇਲਾਕਿਆਂ ਨੂੰ ਚਲੇ ਗਏ ਹਨ। ਸਕਲ ਆਨੰਦ ਪਾਏ ਜਸ ਕਹੈ। ਜਿੱਥੇ ਵੀ ਜਾਂਦੇ ਨੇ ਸਿੱਖ ਗੁਰੂ ਦਾ ਜਸ ਕਰਦੇ ਨੇ। ਸਾਧ ਸੰਗਤ ਜੀ, ਸਿੱਖ ਦੀ ਇਹ ਡਿਊਟੀ ਹੈ ਜਿੱਥੇ ਵੀ ਬੈਠੇ ਆਪਣੇ ਗੁਰੂ ਦਾ ਜਸ ਕਰੇ, ਆਪਣੇ ਗੁਰੂ ਦੀ ਵਡਿਆਈ ਕਰੇ। ਇਹ ਸਿੱਖ ਦਾ ਧਰਮ ਹੈ।
ਤੇ ਜਦੋਂ ਗੁਰੂ ਦੀ ਵਡਿਆਈ ਕਰੇਗਾ, ਭਗਤੀ ਭਾਵਨਾ ਸ਼ਰਧਾ ਦ੍ਰਿੜ ਹੋਵੇਗੀ, ਫਿਰ ਗੁਰੂ ਦੀ ਬਾਣੀ ਨਾਲ ਪ੍ਰੇਮ ਹੋਵੇਗਾ। ਸੇਵਾ ਤੇ ਸਿਮਰਨ ਕਰਦੇ ਹੋਏ ਨੂੰ ਆਤਮ ਗਿਆਨ ਹੋਵੇਗਾ। ਆਤਮ ਗਿਆਨ ਤੋਂ ਬਾਅਦ ਮੁਕਤੀ ਸੁਤੇ ਸਿੱਧੀ ਹੈ। ਸੋ ਇਸ ਤਰ੍ਹਾਂ ਸਾਡੇ ਭਲੇ ਲਈ, ਸਾਡੇ ਕਲਿਆਣ ਲਈ ਇਹ ਰਸਤਾ ਹੈ। ਗੁਰ ਗੁਰ ਜਪੀ, ਗੁਰੂ ਗੁਰੂ ਧਿਆਈ, ਜੀ ਕੀ ਅਰਦਾਸ ਗੁਰੂ ਪੈ ਪਾਈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਇ ਨ ਮੇਟੈ ਦਾਤ। ਐਸੇ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਜੀ। ਜਿੱਥੇ ਵੀ ਕੋਈ ਪੁੱਛੇ ਵੀ ਤੁਸੀਂ ਕੌਣ ਹੋ, ਸਾਡਾ ਫਰਜ਼ ਹੈ ਅਸੀਂ ਦਸੀਏ ਵੀ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਆਪਣੇ ਸਤਿਗੁਰਾਂ ਦਾ ਨਾਮ ਲੈਣਾ, ਆਪਣੇ ਸਤਿਗੁਰਾਂ ਬਾਰੇ ਦੱਸਣਾ, ਇਹ ਸਾਡਾ ਫਰਜ਼ ਹੈ। ਤੋ ਸਾਧ ਸੰਗਤ ਜੀ, ਜਿੱਥੇ ਵੀ ਸਿੱਖ ਜਾਂਦੇ ਨੇ ਉਹ ਗੁਰੂ ਦੀ ਗੱਲ ਕਰਦੇ ਨੇ, ਗੁਰੂ ਦੀ ਮਹਿਮਾ ਦੱਸਦੇ ਨੇ। ਗਮਨੇ ਸਭ ਦੇਸ਼ਨ ਜਿਮ ਕਹੈ। ਜਿੱਥੇ ਜਿੱਥੇ ਜਾਂਦੇ ਨੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵੱਡੀ ਵਡਿਆਈ ਦੱਸਦੇ ਨੇ। ਜੋ ਗੁਰੂ ਦੀ ਵਡਿਆਈ ਹੈ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਮਹਿਮਾ ਦੱਸਦੇ ਹਨ। ਸੰਗਤ ਨਿਜ ਨਿਜ ਸਦਨ ਸਿਧਾਰੀ। ਗੁਰੂ ਕੇ ਦਰਸ਼ਨ ਮੇਲੇ ਕਰਕੇ ਸੰਗਤਾਂ ਆਪਣੇ ਆਪਣੇ ਮੁਲਕਾਂ ਨੂੰ, ਆਪਣੇ ਆਪਣੇ ਇਲਾਕਿਆਂ, ਸ਼ਹਿਰਾਂ, ਪਿੰਡਾਂ ਨੂੰ ਚਲੀ ਗਈ। ਜਹ ਕਹਿ ਕੀਰਤ ਗੁਰੂ ਉਚਾਰੀ। ਜਿੱਥੇ ਵੀ ਗਏ ਨੇ ਸਿੱਖ ਗੁਰੂ ਦੀ ਕੀਰਤੀ ਕਰਦੇ ਨੇ, ਗੁਰੂ ਦਾ ਜਸ ਕਰਦੇ ਨੇ। ਭਾਈ ਸਾਡੇ ਸਤਿਗੁਰੂ ਬੜੇ ਦਿਆਲੂ ਹਨ, ਬੜੇ ਕਿਰਪਾਲੂ ਹਨ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜਿਸ ਸਤਿਗੁਰੂ ਨੇ ਆਪਣੀ ਬਾਣੀ ਦੁਆਰਾ, ਆਪਣੇ ਉਪਦੇਸ਼ ਦੁਆਰਾ ਦੈਂਤਾਂ ਨੂੰ ਵੀ, ਰਾਖਸ਼ਾਂ ਨੂੰ ਵੀ ਦੇਵਤੇ ਬਣਾ ਦਿੱਤਾ ਹੈ। ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਧਾਰੈ। ਇਸ ਤਰ੍ਹਾਂ ਗੁਰੂ ਕੇ ਸਿੱਖ ਦੂਰ ਦੂਰ ਜਾ ਕੇ ਪ੍ਰਚਾਰ ਕਰਦੇ ਹਨ। ਰਾਮੋ ਸਹਿਤ ਜਸਾਈ ਦਾਸ। ਹਾਂ, ਬੀਬੀ ਰਾਮੋ ਜੀ ਤੇ ਭਾਈ ਸਾਈਂ ਦਾਸ ਜੀ। ਸਾਧ ਸੰਗਤ ਜੀ, ਇਹ ਇੱਕ ਐਸਾ ਜੋੜਾ ਹੋਇਆ ਜੀ, ਪ੍ਰੇਮ ਦੀ ਮੂਰਤੀ ਸਨ। ਗੁਰੂ ਮਹਾਰਾਜ ਦੇ ਬਹੁਤ ਨੇੜੇ ਦੇ ਰਿਸ਼ਤੇਦਾਰ। ਬੀਬੀ ਰਾਮੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਮਾਤਾ ਦਮੋਦਰੀ ਦੀ ਵੱਡੀ ਭੈਣ ਸੀ। ਇਸ ਰਿਸ਼ਤੇ ਕਰਕੇ ਸਤਿਗੁਰਾਂ ਦੀ ਸਾਲੀ ਲੱਗਦੀ ਸੀ। ਉਹਨਾਂ ਦੇ ਪਤੀ ਭਾਈ ਸਾਈਂ ਦਾਸ ਜੀ ਡਰੋਲੀ ਮੋਗੇ ਦੇ ਕੋਲ ਪਿੰਡ ਹੈ, ਉਹ ਸਤਿਗੁਰਾਂ ਦੇ ਸਾਂਢੂ ਲੱਗਦੇ ਸਨ। ਪਰ ਵੱਡੇ ਰਿਸ਼ਤੇ 'ਚ ਹੋ ਕੇ ਵੀ ਉਹ ਆਪਣੇ ਆਪ ਨੂੰ ਕਦੀ ਦੁਨਿਆਵੀ ਰਿਸ਼ਤੇ ਨਾਲ, ਗੁਰੂ ਨਾਲ ਨਹੀਂ ਸੀ ਜੋੜਦੇ। ਉਹ ਸਤਿਗੁਰਾਂ ਉੱਤੇ ਇੰਨੀ ਸ਼ਰਧਾ ਭਗਤੀ ਰੱਖਦੇ, ਇੰਨਾ ਪਿਆਰ ਕਰਦੇ ਸਨ ਵੀ ਮਹਾਰਾਜ ਨੂੰ ਪਰਮੇਸ਼ਰ ਦਾ ਰੂਪ ਕਰਕੇ ਜਾਣਨਾ। ਅਤੇ ਜਦੋਂ ਇਹਨਾਂ ਦਾ ਪਿੰਡ ਡਰੌਲੀ ਜੋ ਹੈ, ਮੋਗੇ ਤੋਂ 4-5 ਮੀਲ ਪਰਾਂ ਜਾ ਕੇ ਹੈ, ਉੱਥੇ ਸਾਧ ਸੰਗਤ ਜੀ ਇਹਨਾਂ ਦਾ ਘਰ ਸੀ ਛੋਟਾ ਜਿਹਾ। ਛੋਟੇ ਜਿਹੇ ਘਰ ਦੇ ਵਿੱਚ ਰਹਿੰਦੇ ਸਨ ਅਤੇ ਤੰਗੀ ਸੀ ਜਗ੍ਹਾ ਦੀ। ਬੀਬੀ ਰਾਮੋ ਕਹਿਣ ਲੱਗੀ, ਸੁਆਮੀ ਜੀ, ਸਤਿਗੁਰਾਂ ਕੋਲੋਂ ਜੋ ਵੀ ਕੁਝ ਮੰਗਦੇ ਉਹੀ ਮਿਲ ਜਾਂਦਾ ਹੈ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਅਤੇ ਆਪਾਂ ਮਹਾਰਾਜ ਕੋਲੋਂ ਇੱਕ ਮਕਾਨ ਕਿਉਂ ਨਹੀਂ ਮੰਗ ਲੈਂਦੇ ਵੀ ਆਪਣਾ ਘਰ ਵਧੀਆ ਹੋਵੇ, ਸਾਧੂ ਸੰਤ ਮਹਾਤਮਾ ਜਿਹੜੇ ਆਉਂਦੇ ਨੇ ਉਹਨਾਂ ਦੀ ਸੇਵਾ ਹੋ ਸਕੇ। ਹੁਣ ਸਾਡਾ ਘਰ ਛੋਟਾ ਹੈ, ਜੇ ਕੋਈ ਆ ਜਾਵੇ ਤਾਂ ਬਹਿਣ ਨੂੰ ਥਾਂ ਨਹੀਂ ਹੁੰਦੀ, ਖਲੋਣ ਨੂੰ ਥਾਂ ਨਹੀਂ ਹੁੰਦੀ, ਅਤੇ ਰਾਤ ਰਹਿਣਾ ਤਾਂ ਸਾਡੇ ਘਰ ਬਹੁਤ ਮੁਸ਼ਕਿਲ ਹੈ ਕਿਸੇ ਦਾ। ਸੋ ਕੀ ਕੀਤਾ ਜਾਵੇ? ਕੋਈ ਐਸੀ ਕਿਰਪਾ ਕਰਨ ਗੁਰੂ ਸਾਹਿਬ, ਸਾਡਾ ਮਕਾਨ ਬਣ ਜਾਵੇ। ਬੀਬੀ ਰਾਮੋ ਨੂੰ ਕਹਿਣ ਲੱਗਾ ਸਾਈਂ ਦਾਸ, ਕਹਿੰਦਾ ਦੇਖ ਰਾਮੋ, ਇਹ ਦੁਨਿਆਵੀ ਚੀਜ਼ਾਂ ਗੁਰੂ ਤੋਂ ਨਹੀਂ ਮੰਗੀ ਦੀਆਂ ਹੁੰਦੀਆਂ। ਗੁਰੂ ਤੋਂ ਮੰਗੀ ਦਾ ਹੈ ਨਾਮਦਾਨ, ਗੁਰਸਿੱਖੀ ਮੰਗੀ ਦੀ ਹੈ, ਜਿਹੜੀ ਲੋਕ ਪਰਲੋਕ ਕੰਮ ਆਵੇ। ਇਹਨਾਂ ਮਕਾਨਾਂ ਨੇ ਕਿਹੜਾ ਨਾਲ ਜਾਣਾ, ਇਹ ਕੀ ਕਰਨੇ ਹਨ। ਪਰ ਰਾਮੋ ਫਿਰ 2-4 ਮਹੀਨੇ ਬਾਅਦ ਉਹੀ ਗੱਲ ਕਰ ਦਿਆ ਕਰੇ। ਪਰਮੇਸ਼ਰ ਨੇ ਐਸੀ ਵਿਧ ਬਣਾਈ, ਘਰ ਦੇ ਸਾਹਮਣੇ ਵੱਡਾ ਪਲਾਟ ਮਿਲ ਗਿਆ।
ਉਹਦੇ ਵਿੱਚ ਫਿਰ ਕਹਿੰਦੇ ਮਕਾਨ ਵੀ ਬੜਾ ਵਧੀਆ ਬਣ ਗਿਆ, ਸੁੰਦਰ ਮਕਾਨ ਬਣ ਗਏ। ਜਦੋਂ ਕਾਰੀਗਰ ਮਿਸਤਰੀ ਮਕਾਨ ਬਣਾ ਕੇ ਪੂਰੀ ਤਰ੍ਹਾਂ ਮੁਕੰਮਲ ਕਰ ਦਿੱਤਾ ਤੇ ਜਾ ਕੇ ਬਾਜ਼ਾਰੋਂ ਤਾਲਾ ਲਿਆ ਕੇ ਨਵੇਂ ਮਕਾਨ ਨੂੰ ਤਾਲਾ ਲਾ ਦਿੱਤਾ। ਰਾਮੂ ਕਹਿੰਦੀ ਸਵਾਮੀ ਜੀ ਨਵਾਂ ਮਕਾਨ ਬਣਾਇਆ ਤੇ ਤਾਲਾ ਕਿਉਂ ਲਾ ਰਹੇ ਹੋ? ਕਹਿਣ ਲੱਗੇ ਰਾਮੂ ਸਮਾਂ ਆਏਗਾ ਤੈਨੂੰ ਦੱਸਾਂਗੇ। ਚਲੋ ਰਾਮੂ ਚੁੱਪ ਕਰ ਗਈ, ਪਰ ਗੁਆਂਢੀ ਜਿਹੜੇ ਹਨ ਬੀਬੀਆਂ ਖਾਸ ਕਰਕੇ ਰਾਮੂ ਨੂੰ ਪੁੱਛਦੀਆਂ ਨਹੀਂ, ਰਾਮੂ ਮਕਾਨ ਤੁਸੀਂ ਬਣਾਇਆ ਤਾਲਾ ਮਾਰਨ ਵਾਸਤੇ ਬਣਾਇਆ, ਇਹਨੂੰ ਕੀ ਕਰਨਾ, ਇਹਦੇ 'ਚ ਰਹਿਣਾ ਕੋਈ ਨਹੀਂ। ਰਾਮੂ ਆਪਣੇ ਪਤੀ ਨੂੰ ਪੁੱਛਦੀ ਹੈ, ਉਹ ਕਹਿੰਦਾ ਤੂੰ ਚੁੱਪ ਰਹਿ, ਤੈਨੂੰ ਨਹੀਂ ਪਤਾ। ਉਹ ਕਹਿੰਦੀ ਮੈਨੂੰ ਦੱਸੋ ਤਾਂ ਸਹੀ। ਉਹ ਕਹਿੰਦੇ ਵੀ ਦੱਸ ਦੇਣਾ, ਤੂੰ ਇਹਨਾਂ ਮਾਈਆਂ ਬੀਬੀਆਂ ਨੂੰ ਨਹੀਂ ਦੱਸਣਾ ਕਿਉਂਕਿ ਮਖੌਲ ਕਰਨਗੇ, ਲੋਕ ਨਹੀਂ ਸਮਝਦੇ ਇਹਨਾਂ ਗੱਲਾਂ ਨੂੰ। ਸੰਸਾਰੀ ਲੋਕ ਪਰਮਾਰਥ ਦੀਆਂ ਗੱਲਾਂ ਨੂੰ, ਪ੍ਰੇਮ ਦੀਆਂ ਗੱਲਾਂ ਨੂੰ ਟਿਚਰਾਂ ਕਰਦੇ ਆ ਤੇ ਜਾਂ ਉਹਨਾਂ ਨੂੰ ਬਦਨਾਮ ਕਰਦੇ ਆ, ਮਖੌਲ ਉਡਾਉਂਦੇ ਆ। ਤੁਸੀਂ ਇਹਨਾਂ ਨੂੰ ਨਹੀਂ ਦੱਸਣਾ। ਇਹ ਤਾਲਾ ਮੈਂ ਇਸ ਕਰਕੇ ਮਾਰਿਆ ਵੀ ਜਿਨ੍ਹਾਂ ਮਾਲਕਾਂ ਨੇ ਮਕਾਨ ਦਿੱਤਾ ਹੈ ਨਾ, ਪਹਿਲਾਂ ਉਹ ਆਉਣਗੇ, ਉਹ ਚਰਨ ਪਾਉਣਗੇ, ਫਿਰ ਅਸੀਂ ਇਹਦੇ 'ਚ ਵੜਾਂਗੇ। ਜੇ ਤਾਲਾ ਖੁੱਲ੍ਹਾ ਹੋਏਗਾ ਤਾਂ ਹਰ ਕੋਈ ਵੜੀ ਜਾਏਗਾ। ਪਹਿਲਾਂ ਸਤਿਗੁਰੂ ਵੜਨਗੇ, ਫਿਰ ਅਸੀਂ ਇਸ ਮਕਾਨ 'ਚ ਵੜਾਂਗੇ। ਬੀਬੀ ਰਾਮੋ ਚੁੱਪ ਕਰ ਗਈ। 2-4 ਮਹੀਨੇ ਫਿਰ ਲੰਘੇ, ਮਕਾਨ ਬੰਦ, ਨਵਾਂ ਮਕਾਨ। ਤੇ ਆਂਢੀ ਗੁਆਂਢੀ ਗੱਲਾਂ ਕਰਨੋਂ ਹਟਦੇ ਕੋਈ ਨਹੀਂ। ਕਹਿੰਦੇ ਤੁਸੀਂ ਮਕਾਨ ਕਿਉਂ ਬਣਾਇਆ, ਤਾਲਾ ਲਾਇਆ ਕਾਹਦੇ ਵਾਸਤੇ, ਜੇ ਰਹਿਣਾ ਕੋਈ ਨਹੀਂ ਵਿੱਚ, ਕੀ ਕਰੋਗੇ ਇਹਨੂੰ ਬਣਾ ਕੇ ਨਵੇਂ ਨੂੰ? ਤੋ ਰਾਮੂ ਚੁੱਪ ਰਹਿੰਦੀ, ਪਰ ਆਪਣੇ ਪਤੀ ਨੂੰ ਕਹਿੰਦੀ ਹੈ, ਸਵਾਮੀ ਜੀ ਆਪਾਂ ਮਹਾਰਾਜ ਨੂੰ ਚਿੱਠੀ ਪਾ ਦਈਏ ਵੀ ਸਾਡੇ ਮਕਾਨ 'ਚ ਆ ਕੇ ਚਰਨ ਪਾ ਜਾਣ, ਫਿਰ ਆਪਾਂ ਰਵਾਂਗੇ। ਕਹਿੰਦਾ ਜਦੋਂ ਤੂੰ ਅਰਦਾਸ ਕਰਦੀ ਸੀ ਵੀ ਮਕਾਨ ਬਣ ਜਾਵੇ, ਉਦੋਂ ਤੂੰ ਚਿੱਠੀ ਪਾਈ ਸੀ। ਜੇ ਉਦੋਂ ਚਿੱਠੀ ਪਾਈ ਹੁੰਦੀ ਵੀ ਸਾਡਾ ਮਕਾਨ ਬਣਾ ਦਿਓ ਤੇ ਹੁਣ ਵੀ ਪਾ ਲੈ। ਜਿਸ ਮਾਲਕ ਨੇ ਬਿਨਾਂ ਚਿੱਠੀ ਪਾਇਆ ਸਾਡਾ ਮਕਾਨ ਬਣਾਇਆ ਨਾ, ਉਹ ਬਿਨਾਂ ਚਿੱਠੀ ਪਾਇਆ ਹੀ ਹੋਣਗੇ। 2-4 ਮਹੀਨੇ ਫਿਰ ਲੰਘ ਗਏ। ਥੋੜ੍ਹੇ ਦਿਨਾਂ ਬਾਅਦ ਫਿਰ ਗੁਆਂਢਣਾ ਪੁੱਛਦੀਆਂ। ਫਿਰ ਰਾਮੋ ਕਹਿੰਦੀ ਸਵਾਮੀ ਜੀ ਚਲੋ ਜੇ ਚਿੱਠੀ ਨਹੀਂ ਪਾਣੀ, ਆਪਾਂ ਦੋਵੇਂ ਅੰਮ੍ਰਿਤਸਰ ਜਾ ਕੇ ਬੇਨਤੀ ਕਰੀਏ, 6ਵੇਂ ਪਾਤਸ਼ਾਹ ਸਾਡੇ ਘਰ ਆ ਕੇ ਚਰਨ ਪਾ ਜਾਣ ਤੇ ਭਾਗ ਲਾ ਦੇਣ ਸਾਡੇ ਮਕਾਨ ਨੂੰ। ਉਹ ਕਹਿੰਦੇ ਵੀ ਉਹਨਾਂ ਨੂੰ ਜਦੋਂ ਤੂੰ ਅਰਦਾਸ ਕਰਦੀ ਸੀ ਉੱਥੇ ਜਾ ਕੇ ਕੀਤੀ ਸੀ, ਇੱਥੇ ਹੀ ਕੀਤੀ ਸੀ, ਇੱਥੋਂ ਹੀ ਅਰਦਾਸ ਕਰ, ਆਪੇ ਆਉਣਗੇ। ਇਹਨੂੰ ਕਹਿੰਦੇ ਆ ਸਾਧ ਸੰਗਤ ਜੀ ਨਿਸ਼ਚਾ, ਵਿਸ਼ਵਾਸ, ਭਰੋਸਾ, ਦ੍ਰਿੜ ਵਿਸ਼ਵਾਸ। ਤੋ ਇਉਂ ਕਰਦੇ ਕਰਦੇ ਸਾਉਣ ਦਾ ਮਹੀਨਾ ਆ ਗਿਆ ਤੇ ਕਣੀਆਂ ਲੱਗ ਗਈਆਂ ਤੇ ਬੀਬੀ ਰਾਮੋ ਘਰ ਦਾ ਨਿੱਕਾ ਮੋਟਾ ਸਮਾਨ ਇਕੱਠਾ ਕਰਕੇ ਅੰਦਰ ਰੱਖਣ ਲੱਗੀ ਤੇ ਆਪਣੇ ਪਤੀ ਨੂੰ ਕਹਿੰਦੀ ਸਵਾਮੀ ਜੀ ਚਾਬੀ ਦਿਓ, ਜੋ ਸਮਾਨ ਇੱਧਰ ਨਹੀਂ ਸਾਂਭਿਆ ਜਾਂਦਾ ਨਵੇਂ ਮਕਾਨ 'ਚ ਰੱਖ ਦਿੰਦੀ ਆ, ਆਪਾਂ ਤਾਂ ਨਹੀਂ ਵੜਨਾ, ਸਮਾਨ ਤੇ ਰੱਖ ਦਈਏ। ਕਹਿਣ ਲੱਗਾ ਨਹੀਂ, ਇਹ ਤਾਲਾ ਜਦੋਂ ਮਾਰਿਆ ਸੀ ਮੈਂ ਉਦੋਂ ਅਰਦਾਸ ਇਹ ਕੀਤੀ ਸੀ ਜਦੋਂ 6ਵੇਂ ਪਾਤਸ਼ਾਹ ਆਉਣਗੇ ਉਹਨਾਂ ਨੂੰ ਚਾਬੀ ਫੜਾਉਣੀ, ਆਪੇ ਖੋਲਣਗੇ, ਮੈਂ ਨਹੀਂ ਖੋਲ੍ਹਣਾ। ਚੁੱਪ ਕਰ ਗਈ। ਸਮਾਨ ਇਕੱਠਾ ਕਰਨ ਲੱਗੀ ਤੇ ਉੱਧਰੋਂ ਨਗਾਰੇ ਦੀ ਆਵਾਜ਼ ਆਈ। ਮਹਾਰਾਜ 6ਵੇਂ ਪਾਤਸ਼ਾਹ ਜੀ 2800 ਘੋੜ ਸਵਾਰਾਂ ਸਮੇਤ, ਫੌਜਾਂ ਸਮੇਤ ਡਰੌਲੀ ਆ ਪਹੁੰਚੇ। ਅੱਜ ਵੀ ਸਾਧ ਸੰਗਤ ਜੀ ਪਿੰਡ ਵਿੱਚ ਚੌਂਕ ਜਿਹਾ ਮੌਜੂਦ ਹੈ, ਖੁੱਲ੍ਹਾ ਥਾਂ ਹੈ, ਜਿੱਥੇ ਆ ਕੇ ਘੋੜੇ 'ਤੇ ਖੜ੍ਹ ਕੇ ਆਵਾਜ਼ ਮਾਰੀ, ਆਓ ਭਾਈ ਸਾਈਂ ਦਾਸ ਲਿਆ ਚਾਬੀ, ਤਾਲਾ ਖੋਲੀਏ। ਭੱਜ ਕੇ ਬਾਹਰ ਗਿਆ, ਪਾਤਸ਼ਾਹ ਦੇ ਚਰਨਾਂ ਦੇ ਸਿਰ ਧਰ ਕੇ ਮੱਥਾ ਟੇਕਿਆ, ਜੇਬ 'ਚੋਂ ਚਾਬੀ ਕੱਢ ਕੇ ਦਿੱਤੀ। ਪਾਤਸ਼ਾਹ ਘੋੜੇ ਤੋਂ ਉਤਰੇ, ਦਰਵਾਜ਼ਾ ਖੋਲ੍ਹ ਕੇ ਉਸ ਮਕਾਨ ਵਿੱਚ ਚਰਨ ਪਾਏ ਤੇ ਉੱਥੇ ਹੀ ਆਪਣਾ ਪਰਿਵਾਰ ਛੱਡ ਕੇ ਆਪ ਨਾਨਕ ਮਤੇ ਵੱਲ ਚਲੇ ਗਏ ਤੇ ਪਿੱਛੋਂ ਉਸੇ ਮਕਾਨ ਦੇ ਵਿੱਚ ਹੀ, ਨਵੇਂ ਮਕਾਨ ਦੇ ਵਿੱਚ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ। ਬਾਬਾ ਗੁਰਦਿੱਤਾ ਜੀ ਵੱਡੇ ਸਾਹਿਬਜ਼ਾਦੇ ਉਸ ਨਵੇਂ ਮਕਾਨ 'ਚ ਡਰੌਲੀ ਪੈਦਾ ਹੋਏ ਆ। ਸੋ ਇਸ ਤਰ੍ਹਾਂ ਇਹ ਸਾਈਂ ਦਾਸ ਗੁਰੂ ਘਰ ਦੇ ਪ੍ਰੇਮੀ ਸਨ ਬਹੁਤ ਹੀ,
ਰਿਸ਼ਤਾ ਵੀ ਬੜਾ ਨੇੜੇ ਦਾ ਸੀ, ਪਰ ਉਹ ਦੁਨਿਆਵੀ ਰਿਸ਼ਤੇ ਦਾ ਖਿਆਲ ਨਹੀਂ ਸੀ ਆਉਣ ਦਿੰਦੇ ਮਨ ਵਿੱਚ। ਗੁਰੂ ਪ੍ਰਤੀ ਸ਼ਰਧਾ ਭਾਵਨਾ ਪਿਆਰ ਇਤਨਾ ਸੀ। ਹਾਥ ਜੋੜ ਕੀ ਦਸ ਅਰਦਾਸ। ਹੱਥ ਜੋੜ ਕੇ ਭਾਈ ਸਾਈਂ ਦਾਸ ਜੀ ਬੇਨਤੀ ਕੀਤੀ ਮਹਾਰਾਜ ਦੇ ਚਰਨਾਂ ਵਿੱਚ। ਦੇਹੁ ਰਜ਼ਾਏ ਕਰ ਨਾ ਕੋ ਠਾਨ। ਮਹਾਰਾਜ ਆਗਿਆ ਬਖਸ਼ੋ, ਮੈਂ ਆਪਣੇ ਪਿੰਡ ਜਾਵਾਂ। ਹੁਣ ਬਹੁਤ ਸਮਾਂ ਹੋ ਗਿਆ ਅੰਮ੍ਰਿਤਸਰ ਰਹਿੰਦਿਆਂ ਨੂੰ, ਤੁਹਾਡੇ ਦਰਸ਼ਨ ਦਿਦਾਰੇ ਕਰਦਿਆਂ ਨੂੰ। ਜੇ ਹੁਣ ਹੁਕਮ ਹੋਵੇ ਤੇ ਆਪਣੇ ਨਗਰ ਡਰੌਲੀ ਜਾਈਏ। ਰਹੇ ਦਿਵਸ ਬਹੁ ਕਰਹਿ ਪਿਆਨ। ਬਹੁਤ ਦਿਨ ਮਹਾਰਾਜ ਇੱਥੇ ਰਹੇ ਆ, ਹੁਣ ਘਰ ਜਾਣ ਦੀ ਆਗਿਆ ਦਿਓ, ਪਿਆਨਾ ਕਰੀਏ। ਆਪ ਆਗਮਨ ਹੋਏ ਤਿਸ ਦੇਸ਼। ਆਪ ਜੀ ਜਦੋਂ ਕਿਰਪਾ ਕਰੋਗੇ ਸਾਡੇ ਮਾਲਵੇ ਦੇਸ਼ ਵਿੱਚ ਆਓਗੇ, ਖਾਸ ਕਰਕੇ ਜਿਹੜਾ ਸਾਧ ਸੰਗਤ ਜੀ ਮੋਗਾ ਲੁਧਿਆਣੇ ਤੋਂ ਲੈ ਕੇ ਇੱਧਰ ਇਲਾਕਾ ਸਤਲੁਜ ਤੋਂ ਥੱਲੇ ਆਉਂਦਾ ਹੈ, ਫਰੀਦਕੋਟ, ਫਿਰੋਜ਼ਪੁਰ, ਬਠਿੰਡਾ, ਬਰਨਾਲਾ, ਇਹਨੂੰ ਮਾਲਵਾ ਕਹਿੰਦੇ ਆਪਾਂ। ਪਹਿਲਾਂ ਇਹਨੂੰ ਜੰਗਲ ਕਹਿੰਦੇ ਸੀ। 10ਵੇਂ ਪਾਤਸ਼ਾਹ ਮਹਾਰਾਜ ਜਦੋਂ ਆਏ ਨੇ ਤੇ ਮਹਾਰਾਜ ਨੇ ਇਸ ਦੇਸ਼ ਨੂੰ ਬੜਾ ਮਾਣ ਦਿੱਤਾ ਹੈ। ਤੇ ਸਤਿਗੁਰੂ ਕਹਿੰਦੇ ਹਮੂ ਕੌਮ ਬੈਰਾੜ ਹੁਕਮੇ ਮਰਾਸਤ। ਔਰੰਗਜ਼ੇਬ ਤੂੰ ਇੱਥੇ ਦੀਨੇ ਕਾਂਗੜ ਆ ਜਾ, ਤੇਰੀ ਸਿਹਤ ਨੂੰ ਕੋਈ ਖਤਰਾ ਨਹੀਂ। ਕਹਿੰਦੇ ਇੱਥੋਂ ਦੇ ਬਰਾੜ ਮੇਰੇ ਹੁਕਮ ਵਿੱਚ ਹਨ, ਯਾਨੀ ਤੈਨੂੰ ਅਸੀਂ ਕੋਈ ਨੁਕਸਾਨ ਨਹੀਂ ਪਹੁੰਚਾਵਾਂਗੇ। ਇਹ ਬਚਨ ਕਰਕੇ ਨਾਲ ਹੀ ਕਹਿ ਦਿੱਤਾ ਵੀ ਖਾਲਸਾ ਜੀ ਜੰਗਲ ਸਾਡਾ ਮਾਲਵਾ ਹੈ, ਇਹ ਜੰਗਲ ਸਾਡਾ ਮਾਲਵਾ ਹੈ। ਮਾਲਵਾ ਪਹਿਲਾਂ ਜਿਹੜਾ ਮਾਲਵਾ ਸੀ ਨਾ, ਪੁਰਾਣਾ ਮਾਲਵਾ, ਉਹ ਇੰਦੌਰ ਦੇ ਇਲਾਕੇ ਵਿੱਚ ਹੈ, ਉਜੈਨ। ਸ੍ਰੀ ਹਜ਼ੂਰ ਸਾਹਿਬ ਨੂੰ ਜਾਓ ਨਾ ਜਦੋਂ, ਬੁਰਹਾਨਪੁਰ, ਖੰਡਵਾ, ਉਜੈਨ ਤੇ ਇਹ ਸ਼ਹਿਰ ਆਉਂਦੇ ਆ, ਉਹਨੂੰ ਕਹਿੰਦੇ ਮਾਲਵਾ। ਭਰਥਰੀ ਮਹਾਰਾਜ ਉੱਥੋਂ ਦੇ ਹੋਏ ਨੇ, ਰਾਜਾ ਭਰਥਰੀ ਜੀ ਤੇ ਉਹਨਾਂ ਦਾ ਭਾਣਜਾ ਗੋਪੀ ਚੰਦ, ਬਿਕਰਮਾਜੀਤ ਉੱਧਰ ਦੇ ਰਾਜੇ ਸਨ। ਮਾਲਵਾ ਉਹਨੂੰ ਕਹਿੰਦੇ ਸੀ ਪਹਿਲਾਂ। ਗੁਰੂ ਸਾਹਿਬ ਨੇ ਕਿਹਾ ਇਹ ਜੰਗਲ ਸਾਡਾ ਮਾਲਵਾ ਹੈ। ਕਿੱਡੀ ਰੌਣਕ ਲਾਤੀ ਅੱਜ ਉੱਥੇ। ਅੱਜ ਉਸ ਮਾਲਵੇ 'ਚ ਜਿੱਥੇ ਮੋਠ ਤੇ ਬਾਜਰਾ ਹੀ ਹੁੰਦਾ ਸੀ, ਹੁਣ ਉੱਥੇ ਸਾਧ ਸੰਗਤ ਜੀ ਮਹਾਰਾਜ ਨੇ ਬਚਨ ਕੀਤੇ, ਡੱਲਿਆ ਉਹ ਦੇਖ ਨਹਿਰਾਂ ਚੱਲਦੀਆਂ। ਡੱਲਾ ਕਹਿੰਦਾ ਜੀ ਇੱਥੇ ਨਹਿਰਾਂ ਕਿੱਥੇ, ਇਹ ਤਾਂ ਰੇਤਾ ਚਮਕਦਾ। ਮਹਾਰਾਜ ਕਹਿੰਦੇ ਉਹ ਦੇਖ ਕਿੰਨੇ ਕਮਾਦ ਲੱਗੇ ਆ, ਗੰਨੇ ਲੱਗੇ ਆ। ਕਹਿੰਦਾ ਜੀ ਇੱਥੇ ਕਮਾਦ ਕਿੱਥੇ, ਇਹ ਤਾਂ ਸਰਕੜਾ ਹੈ। ਮਹਾਰਾਜ ਕਹਿੰਦੇ ਉਹ ਦੇਖ ਬਾਗ ਲੱਗੇ ਹੋਏ। ਕਹਿੰਦਾ ਮਹਾਰਾਜ ਇੱਥੇ ਮੜੇ ਬੇਰਾਂ ਤੋਂ ਬਿਨਾਂ ਹੋਰ ਕੋਈ ਨਹੀਂ ਕੁਛ ਹੁੰਦਾ। ਮਹਾਰਾਜ ਕਹਿੰਦੇ 7 ਬਚਨ ਨਹੀਂ ਸੀ ਕਹਿ ਸਕਦਾ, ਹੁਣੇ ਹੀ ਚਲਾ ਦਿੰਦੇ, ਪਰ ਤੂੰ ਸਾਡੇ 3 ਬਚਨ ਪਲਟਾਏ, 300 ਸਾਲ ਬਾਅਦ ਪੂਰੇ ਹੋਣਗੇ। ਹੁਣ ਦੇਖੋ 300 ਸਾਲ ਹੋ ਗਏ ਤੇ ਉਹ ਜਿਹੜੀ ਧਰਤੀ ਹੈ ਨਾ, ਉਹ ਸਭ ਤੋਂ ਜ਼ਿਆਦਾ ਜਰਖੇਜ ਹੋ ਗਈ ਮਹਾਰਾਜ ਦੀ ਕਿਰਪਾ ਨਾਲ। ਮਾਲਵਾ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲਾਂ ਚਰਨ ਪਾਏ, ਫਿਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਆਏ, 7ਵੇਂ ਪਾਤਸ਼ਾਹ ਵੀ ਉੱਧਰ ਵਿਚਰੇ ਨੇ, 10ਵੇਂ ਪਾਤਸ਼ਾਹ ਵੀ ਵਿਚਰੇ ਨੇ। ਤਾਂ ਮਹਾਰਾਜ ਨੂੰ ਭਾਈ ਸਾਈਂ ਦਾਸ ਜੀ ਬੇਨਤੀ ਕਰਦੇ, ਮਹਾਰਾਜ ਜਦੋਂ ਮਾਲਵੇ 'ਚ ਆਓਗੇ, ਸਾਡੇ ਇਲਾਕੇ ਚਰਨ ਪਾਓਗੇ, ਸਾਨੂੰ ਦਰਸ਼ਨ ਜ਼ਰੂਰ ਦੇਣੇ। ਤਹਿ ਦਰਸ਼ਨ ਕੋ ਚਹਤ ਅਸ਼ੇਸ਼। ਉਹ ਮਾਲਵੇ ਦੇਸ਼ ਦੇ ਸਿੱਖ ਜਿਹੜੇ ਹਨ ਸਾਰੇ ਹੀ ਆਪ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਉਹ ਕਹਿੰਦੇ ਸਤਿਗੁਰੂ ਸਾਡੇ ਦੇਸ਼ ਵਿੱਚ ਆਉਣ ਤੇ ਸਾਡੇ ਪਿੰਡਾਂ ਵਿੱਚ ਆਪਣੇ ਚਰਨ ਪਾ ਕੇ ਸਾਡੀ ਧਰਤੀ ਨੂੰ ਭਾਗ ਲਾ ਦੇਣ। ਤਬ ਸਤਿਗੁਰ ਨਿਜ ਸਾਰੀ ਜਾਨ। ਮਹਾਰਾਜ ਜੀ ਨੇ ਬੀਬੀ ਰਾਮੋ, ਜੋ ਉਹਨਾਂ ਦੀ ਸਤਿਗੁਰਾਂ ਦੀ ਸਾਲੀ ਲੱਗਦੀ ਸੀ, ਮੁਖ ਮੁਸਕਾਵਤ ਕੀਨ ਬਖਾਨ। ਤੇ ਹੱਸ ਕੇ ਮਹਾਰਾਜ ਨੇ ਬਚਨ ਕੀਤਾ, ਤ੍ਰੈ ਦਮੋਦਰੀ ਆਦਿਕ ਜੇਈ। ਕਿ ਅਸੀਂ ਆਵਾਂਗੇ ਔਰ ਤੁਹਾਡੇ ਇਲਾਕੇ ਵਿੱਚ ਫਿਰ ਦਰਸ਼ਨ ਦਿਆਂਗੇ। ਇੱਦਾਂ ਬਖਸ਼ਿਸ਼ ਕੀਤੀ। ਤੇ ਮਾਤਾ ਦਮੋਦਰੀ, ਮਾਤਾ ਨਾਨਕੀ ਤੇ ਮਾਤਾ ਮਹਾਂਦੇਵੀ ਤਿੰਨੇ ਹੀ ਮਿਲ ਕਰ ਸਭੈ ਨਮਹਿ ਕਰ ਸੇਈ। ਸਾਰੀਆਂ ਬੀਬੀ ਰਾਮੋ ਨੂੰ ਵਿਦਾ ਕਰਨ ਤੁਰੀਆਂ। ਬੀਬੀ ਰਾਮੋ ਇਹਨਾਂ ਤਿੰਨਾਂ ਨੂੰ ਮਾਂ ਮੱਥਾ ਟੇਕਿਆ ਕਰਦੀ ਸੀ। ਹਾਲਾਂਕਿ ਦਮੋਦਰੀ ਤੋਂ ਵੀ ਵੱਡੀ ਸੀ, ਨਾਨਕੀ ਤੋਂ ਤਾਂ ਵੱਡੀ ਹੋਣੀ ਹੈ, ਮਾਤਾ ਮਹਾਂਦੇਵੀ ਤੋਂ ਵੀ ਰਾਮੋ ਵੱਡੀ ਸੀ, ਪਰ ਵੱਡੀ ਹੋ ਕੇ ਵੀ ਬੀਬੀ ਰਾਮੋ ਇਹਨਾਂ ਤਿੰਨਾਂ ਨੂੰ ਮੱਥਾ ਟੇਕਦੀ ਸੀ, ਕਿਉਂਕਿ ਗੁਰੂ ਦੀਆਂ ਪਤਨੀਆਂ ਹਨ। ਇਹ ਗੁਰੂ ਦੇ
ਮਹਿਲ ਹਨ, ਸਾਰਿਆਂ ਲਈ ਮਾਤਾ ਹਨ। ਰਾਮੋ ਵੱਡੀ ਹੋ ਕੇ ਵੀ ਮੱਥਾ ਟੇਕਦੀ ਤੇ ਬੀਬੀ ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ, ਮਾਤਾ ਮਹਾਂਦੇਵੀ ਜੀ ਉਹਨੂੰ ਮੱਥਾ ਟੇਕਦੀ ਵੀ ਸਾਡੀ ਵੱਡੀ ਭੈਣ ਹੈ। ਹਾਂਜੀ, ਗਏ ਡਰੋਲੀ ਕੋ ਸੁਖ ਪਾਏ। ਇਸ ਤਰ੍ਹਾਂ ਮਿਲ ਕੇ ਭਾਈ ਸਾਈਂ ਦਾਸ ਜੀ, ਮਾਤ ਬੀਬੀ ਰਾਮੋ ਜੀ ਗੁਰੂ ਸਾਹਿਬ ਨੂੰ ਮਿਲ ਕੇ ਆਗਿਆ ਲੈ ਕੇ ਸਾਰੇ ਪਰਿਵਾਰ ਤੋਂ ਵਿਛੜ ਕੇ ਡਰੋਲੀ ਨੂੰ ਚਲੇ ਗਏ, ਮੋਗੇ ਨੂੰ। ਨਿਤ ਸਤਿਗੁਰ ਸਿਮਰਹਿ ਚਿਤ ਪਾਏ। ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਰੱਖਦੇ ਹਰ ਵੇਲੇ। ਅੰਮ੍ਰਿਤ ਵੇਲੇ 2 ਵਜੇ ਉੱਠਿਆ ਕਰਦੇ, ਨਿਤਨੇਮ ਕਰਦੇ, ਬਾਣੀ ਪੜ੍ਹਦੇ, ਗੁਰੂ ਗੁਰੂ ਜਪਦੇ। ਦੋਵੇਂ ਹੀ ਜੀ ਭਗਤੀ ਦਾ ਹੀ ਰੂਪ ਸਨ। ਹਾਂਜੀ, ਸ਼੍ਰੀ ਗੁਰ ਦਿੱਤੇ ਪਿਤਰੁਖ ਜਾਨ। ਇਧਰੋਂ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਵੱਡੇ ਪੁੱਤਰ ਮਹਾਰਾਜ ਦੇ ਸਤਿਗੁਰਾਂ ਦਾ ਹੁਕਮ ਪਾ ਕੇ ਆਇਸ ਪਾਏ ਤਿਆਰੀ ਠਾਨ। ਗੁਰੂ ਸਾਹਿਬ ਤੋਂ ਆਗਿਆ ਲਈ ਵੀ ਮੈਨੂੰ ਹੁਣ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਆਗਿਆ ਦਿਓ, ਕਿਉਂਕਿ ਬਾਬਾ ਗੁਰਦਿੱਤਾ ਜੀ ਦਾ ਪਹਿਰਾ ਉਹਨਾਂ ਦੇ ਪਰਿਵਾਰ ਸਮੇਤ, ਉਹਨਾਂ ਦੇ ਪੁੱਤਰ ਬਾਬਾ ਧੀਰਮਲ ਜੀ ਤੇ ਬਾਬਾ ਗੁਰਦਿੱਤਾ ਜੀ ਦੀ ਧਰਮ ਪਤਨੀ ਮਾਤਾ ਨਤੀ ਜੀ, ਇਹ ਤਿੰਨੇ ਹੀ ਕਰਤਾਰਪੁਰ ਸਾਹਿਬ ਨੂੰ ਚੱਲ ਪਏ। ਨਤੀ ਧੀਰ ਮੱਲ ਲੈ ਗੋਦ। ਮਾਤਾ ਨਤੀ ਜੀ ਆਪਣੇ ਪੁੱਤਰ ਧੀਰਮਲ ਨੂੰ ਗੋਦੀ ਚੁੱਕ ਲਿਆ। ਸਭ ਸਾਸਨ ਸੰਗ ਮਿਲੀ ਪ੍ਰਮੋਦ। ਔਰ ਨਤੀ ਆਪਣੀਆਂ ਤਿੰਨਾਂ ਸੱਸਾਂ ਨੂੰ ਬੜੀ ਖੁਸ਼ੀ ਨਾਲ ਮਿਲੀ ਹੈ। ਮਾਤਾ ਦਮੋਦਰੀ ਨੂੰ, ਮਾਤਾ ਨਾਨਕੀ ਨੂੰ, ਮਾਤਾ ਮਹਾਂਦੇਵੀ ਨੂੰ ਮੱਥਾ ਟੇਕਿਆ ਹੈ। ਨਮਸਕਾਰ ਕਰ ਸੈਂਦਨ ਚਰੀ। ਔਰ ਫਿਰ ਨਮਸਕਾਰ ਕਰਕੇ ਮਾਤਾ ਨਤੀ, ਜੋ ਗੁਰੂ ਹਰਗੋਬਿੰਦ ਸਾਹਿਬ ਦੀ ਵੱਡੀ ਨੂੰਹ ਹੈ, ਬੜੀ ਭਾਗਾਂ ਵਾਲੀ, ਇਹਦੇ ਪੇਟ ਤੋਂ ਗੁਰੂ ਮਹਾਰਾਜ 7ਵੇਂ ਪਾਤਸ਼ਾਹ ਦਾ ਅਵਤਾਰ ਹੋਇਆ। 7ਵੇਂ ਪਾਤਸ਼ਾਹ ਦੀ ਮਾਂ ਸੀ ਨਤੀ, ਔਰ ਗੁਰੂ ਹਰਗੋਬਿੰਦ ਸਾਹਿਬ ਦੀ ਨੂੰਹ ਸੀ ਤੇ ਬੜੀ ਮਹਾਨ ਪਵਿੱਤਰ ਆਤਮਾ 8ਵੇਂ ਪਾਤਸ਼ਾਹ ਦੀ ਦਾਦੀ ਸੀ। ਸੋ ਸਾਧ ਸੰਗਤ ਜੀ ਰਥ ਤੇ ਚੜੀ ਹੈ। ਸ਼੍ਰੀ ਕਰਤਾਰਪੁਰੇ ਮਗ ਪਰੀ। ਔਰ ਇਹ ਕਰਤਾਰਪੁਰ ਸਾਹਿਬ ਦੇ ਰਾਹ ਪੈ ਗਏ ਹਨ। ਸ਼੍ਰੀ ਗੁਰਦਿੱਤਾ ਪਹੁੰਚਿਓ ਜਾਏ। ਬਾਬਾ ਗੁਰਦਿੱਤਾ ਜੀ ਸ਼੍ਰੀ ਕਰਤਾਰਪੁਰ ਸਾਹਿਬ ਜਾ ਪਹੁੰਚੇ। ਉੱਥੇ ਇਹ ਪਰਿਵਾਰ ਹੁਣ ਤੱਕ ਵਸਦਾ ਹੈ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਵੀ ਇੱਥੇ ਆਏ ਹਨ। ਅੱਗੇ ਜੰਗ ਵੀ ਹੋਣਾ ਕਰਤਾਰਪੁਰ ਸਾਹਿਬ ਦਾ। ਇਹ ਕਰਤਾਰਪੁਰ 5ਵੇਂ ਪਾਤਸ਼ਾਹ ਨੇ ਵਸਾਇਆ, ਗੁਰੂ ਅਰਜਨ ਦੇਵ ਜੀ ਨੇ। ਇੱਥੇ ਖੂਹ ਲਵਾਇਆ, ਉਹਦਾ ਨਾਮ ਰੱਖਿਆ ਗੰਗਸਰ। ਸ਼ੱਕਰ ਗੰਗ ਵੀ ਕਹਿ ਦਿੰਦੇ ਹਨ। ਇਹਦੀ ਕਥਾ ਇਹ ਵੀ ਦੱਸੀ ਹੈ ਵੀ ਦੁਆਬੇ ਦੇ ਲੋਕ ਗੰਗਾ ਇਸ਼ਨਾਨ ਕਰਨ ਜਾਂਦੇ ਸਨ। ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਇਹ ਦੁਆਬਾ ਹੈ। ਅਤੇ ਇਹਨਾਂ ਲੋਕਾਂ ਦੇ ਵਿੱਚ ਅੰਧ ਵਿਸ਼ਵਾਸ ਬੜਾ ਸੀ। ਪਰਮਾਤਮਾ ਦਾ ਗਿਆਨ ਕੋਈ ਨਹੀਂ ਸੀ। ਬਸ ਇੱਦਾਂ ਹੀ ਜੋ ਕੋਈ ਕਹਿ ਦਿੰਦਾ ਸੀ ਉੱਦਾਂ ਕਰਦੇ ਸਨ। ਮਹਾਰਾਜ 5ਵੇਂ ਪਾਤਸ਼ਾਹ ਨੇ ਇਹਨਾਂ ਲੋਕਾਂ ਨੂੰ ਪਰਮੇਸ਼ਰ ਨਾਲ ਜੋੜਨ ਲਈ, ਗੁਰਬਾਣੀ ਦਾ ਪ੍ਰਚਾਰ ਕਰਨ ਲਈ ਇੱਥੇ ਕੇਂਦਰ ਬਣਾਇਆ ਸ੍ਰੀ ਕਰਤਾਰਪੁਰ ਸਾਹਿਬ। ਅਤੇ ਕਰਤਾਰਪੁਰ ਸਾਹਿਬ ਵਿੱਚ ਇੱਕ ਤੀਰਥ ਖੂਹ ਬੜਾ ਵੱਡਾ, ਬਹੁਤ ਵੱਡੇ ਵਿਸਥਾਰ ਵਾਲਾ ਖੂਹ ਲਵਾਇਆ, ਜਿਹਦਾ ਨਾਮ ਗੰਗਸਰ ਰੱਖਿਆ। ਅਤੇ ਮਹਾਤਮ ਦੱਸਿਆ, ਭਾਈ ਇੱਥੇ ਹੀ ਇਸ਼ਨਾਨ ਕਰਕੇ ਨਾਮ ਜਪੋ, ਗੰਗਾ ਦਾ ਫਲ ਇੱਥੇ ਹੀ ਮਿਲ ਜਾਏਗਾ। ਇੱਕ ਕੋਈ ਪ੍ਰੇਮੀ ਮਹਾਰਾਜ ਨੂੰ ਮਿਲਣ ਆਇਆ, ਕਹਿੰਦਾ ਮਹਾਰਾਜ ਮੈਂ ਗੰਗਾ ਚੱਲਿਆ ਸੀ, ਸੋਚਿਆ ਤੁਹਾਡੇ ਦਰਸ਼ਨ ਕਰ ਚੱਲਾਂ। ਮਹਾਰਾਜ ਕਹਿੰਦੇ ਭਾਈ ਗੰਗਾ ਇੰਨੀ ਦੂਰ ਜਾਏਗਾ, ਇੱਥੇ ਹੀ ਇਸ਼ਨਾਨ ਕਰ ਲੈ। ਕਹਿੰਦਾ ਨਹੀਂ ਮਹਾਰਾਜ ਉੱਥੇ ਜ਼ਰੂਰ ਜਾਣਾ। ਮਹਾਰਾਜ ਕਹਿੰਦੇ ਠੀਕ ਹੈ ਫਿਰ ਜਾਣਾ, ਜਾਇਆ। ਅੱਜ ਸਾਡੀ ਗੜਵੀ ਲੈ ਜਾ, ਸਾਡੇ ਲਈ ਵੀ ਗੰਗਾ ਜਲ ਲਈ ਆਵੀਂ। ਉਹ ਜਦੋਂ ਪ੍ਰੇਮੀ ਗਿਆ ਉੱਥੇ ਹਰਿਦੁਆਰ ਜਾ ਕੇ ਇਸ਼ਨਾਨ ਕਰਕੇ ਗੜਵੀ ਭਰਨ ਲੱਗਾ, ਹੱਥੋਂ ਗੜਵੀ ਛੁੱਟ ਗਈ। ਪਾਣੀ ਜਿਹੜਾ ਤੇਜ਼ ਆਉਂਦਾ ਗੰਗਾ ਦਾ, ਉਹ ਜਦੋਂ ਗੜਵੀ ਉੱਥੇ ਉਹਦੇ ਹੱਥੋਂ ਛੁੱਟ ਗਈ ਅਤੇ ਉਹ ਵਿਚਾਰਾ ਨਿਰਾਸ਼ ਜਿਹਾ ਹੋ ਕੇ ਵਾਪਸ ਮੁੜਿਆ, ਗੁਰੂ ਸਾਹਿਬ ਨੂੰ ਮਿਲਿਆ। ਮਹਾਰਾਜ ਕਹਿੰਦੇ ਹਾਂ ਜੀ ਇਸ਼ਨਾਨ ਕਰ ਆਏ ਹੋ? ਕਹਿੰਦਾ ਮਹਾਰਾਜ ਜੀ ਇਸ਼ਨਾਨ ਕਰ ਆਇਆ, ਪਰ ਜਿਹੜਾ ਕੰਮ ਆਪ ਜੀ ਨੇ ਕਿਹਾ ਸੀ ਉਹ ਨਹੀਂ ਮੈਂ ਕਰ ਸਕਿਆ। ਮਹਾਰਾਜ ਕਹਿੰਦੇ ਕੀ ਬਣਿਆ? ਕਹਿੰਦਾ ਜੀ ਤੁਹਾਡੀ ਜਿਹੜੀ ਗੜਵੀ ਸੀ ਨਾ ਉਹ ਮੇਰੇ ਹੱਥੋਂ
ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਈ। ਤੇ ਮਹਾਰਾਜ ਮੈਨੂੰ ਮਾਫ ਕਰੋ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਆ ਖੂਹ ਵਿੱਚ ਦੇਖ, ਗੜਵੀ ਕਦੇ ਇੱਥੇ ਤਾਂ ਨਹੀਂ ਆਈ ਹੋਈ। ਜਦੋਂ ਖੂਹ 'ਚ ਦੇਖਿਆ ਤੇ ਗੜਵੀ ਉੱਥੇ ਤਰਦੀ ਪਈ। ਕਹਿੰਦਾ ਜੀ ਗੜਵੀ ਉਹ ਹੈ ਤੇ ਇੱਥੇ ਕਿਵੇਂ ਪਹੁੰਚ ਗਈ? ਮਹਾਰਾਜ ਕਹਿੰਦੇ ਤੈਨੂੰ ਕਿਹਾ ਸੀ ਵੀ ਗੰਗਾ ਇੱਥੇ ਆਉਂਦੀ ਹੈ, ਤੂੰ ਮੰਨਿਆ ਨਹੀਂ ਸੀ। ਉੱਥੇ ਜਾ ਕੇ 400 ਮੀਲ ਤਾਂ ਤੂੰ ਘੜੀਸਦਾ ਗਿਆ, ਇੱਥੇ ਇਸ਼ਨਾਨ ਕਰਦਾ, ਨਾਮ ਜਪਦਾ, ਤੈਨੂੰ ਸਾਡੇ ਬਚਨ 'ਤੇ ਭਰੋਸਾ ਨਹੀਂ ਆਇਆ। ਕਹਿਣ ਲੱਗਾ ਮਹਾਰਾਜ ਮੈਨੂੰ ਮਾਫ ਕਰੋ। ਇਹ ਉੱਥੇ ਫਿਰ ਸਾਧ ਸੰਗਤ ਜੀ ਉਸ ਗੁਰਸਿੱਖ ਨੇ ਦੁਨੀਆ ਨੂੰ ਦੱਸਿਆ ਵੀ ਭਾਈ ਗੁਰੂ ਮਹਾਰਾਜ ਦੇ ਚਰਨਾਂ 'ਚ ਕਰੋੜਾਂ ਗੰਗਾ ਵਸਦੀਆਂ ਨੇ। ਜਨ ਕੇ ਚਰਨ ਤੀਰਥ ਕੋਟ ਗੰਗਾ, ਬਾਣੀ 'ਚ ਬਚਨ ਹੈ। ਜਿੱਥੇ ਸਾਧੂਆਂ ਮਹਾਂਪੁਰਸ਼ਾਂ ਦੇ ਨਾਮ ਜਪਣ ਵਾਲਿਆਂ ਦੇ, ਰੱਬ ਦੇ ਪਿਆਰਿਆਂ ਦੇ ਚਰਨ ਪੈਂਦੇ ਨਾ, ਉੱਥੇ ਕਰੋੜਾਂ ਤੀਰਥ ਬਣ ਜਾਂਦੇ ਨੇ। ਜਨ ਕੇ ਚਰਨ ਤੀਰਥ ਕੋਟ ਗੰਗਾ, ਕਰੋੜਾਂ ਹੀ ਗੰਗਾ ਬਣ ਜਾਂਦੀਆਂ। ਇਸ ਤਰ੍ਹਾਂ ਇਹ ਕਰਤਾਰਪੁਰ ਸਾਹਿਬ ਜਲੰਧਰ ਦੇ ਲਾਗੇ ਪੰਜਵੇਂ ਪਾਤਸ਼ਾਹ ਨੇ ਵਸਾਇਆ ਸੀ। ਛੇਵੇਂ ਪਾਤਸ਼ਾਹ ਨੇ ਇੱਥੇ ਵਾਸਾ ਕੀਤਾ ਕਾਫੀ ਸਮਾਂ। ਮਾਤਾ ਕੌਲਾਂ ਜੀ ਇੱਥੇ ਚੜ੍ਹਾਈ ਕੀਤੀ। ਪੈਂਦੇ ਖਾਂ ਵੀ ਇੱਥੇ ਹੀ ਮਹਾਰਾਜ ਨੂੰ ਮਿਲਿਆ ਸੀ ਤੇ ਇੱਥੇ ਹੀ ਸਾਧ ਸੰਗਤ ਜੀ ਛੇਵੇਂ ਪਾਤਸ਼ਾਹ ਨੇ ਫਿਰ ਜੰਗ ਵੀ ਕੀਤਾ। ਅੱਗੇ ਚੱਲ ਕੇ ਆਉਣੀ ਕਥਾ। ਇੱਥੋਂ ਦਾ ਸਾਰਾ ਪ੍ਰਬੰਧ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਦਿੱਤਾ ਸਤਿਗੁਰਾਂ ਨੇ ਵੀ ਤੁਸੀਂ ਉੱਥੇ ਰਿਹਾ ਕਰੋ, ਉੱਥੇ ਸਿੱਖੀ ਦਾ ਪ੍ਰਚਾਰ ਕਰਿਆ ਕਰੋ, ਨਾਮ ਬਾਣੀ ਨਾਲ ਸੰਗਤਾਂ ਨੂੰ ਜੋੜਿਆ ਕਰੋ। ਬਸੇ ਤਹਾਂ ਹੀ ਸੁਖ ਉਪਜਾਏ। ਸੋ ਬਾਬਾ ਗੁਰਦਿੱਤਾ ਜੀ ਉੱਥੇ ਕਾਫੀ ਸਮਾਂ ਰਹੇ ਹਨ। ਉੱਥੋਂ ਫਿਰ ਬਾਬਾ ਜੀ ਨੂੰ ਭੇਜਿਆ ਸੀ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ, ਜਿੱਥੇ ਕੀਰਤਪੁਰ ਸਾਹਿਬ ਹੈ। ਫਿਰ ਉਹ ਵੀ ਬਾਬਾ ਗੁਰਦਿੱਤਾ ਜੀ ਨੇ ਵਸਾਇਆ ਸੀ ਨਗਰ। ਉਹ ਵੀ ਕਥਾ ਅੱਗੇ ਆਉਣੀ ਹੈ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ, ਮਹਾਰਾਜ ਦੇ ਬੇਅੰਤ ਕੌਤਕ ਆਪਾਂ ਸਰਵਣ ਕਰ ਰਹੇ ਹਾਂ। ਅੱਗੇ ਕਥਾ ਭਾਈ ਗੁਰਦਾਸ ਜੀ ਦੀ ਸ਼ੁਰੂ ਹੋ ਜਾਣੀ ਹੈ, ਜੋ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਮਹਾਨ ਗੁਰਸਿੱਖ ਹੋਏ ਨੇ। 4 ਪਾਤਸ਼ਾਹੀਆਂ ਦੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ, 4 ਪਾਤਸ਼ਾਹੀਆਂ ਦੀ ਸੇਵਾ ਭਾਈ ਸਾਹਿਬ ਗੁਰਦਾਸ ਜੀ ਨੇ ਕੀਤੀ ਹੈ। ਐਸੇ ਮਹਾਨ ਗੁਰਸਿੱਖ ਦਾ ਇੱਕ ਪ੍ਰਸੰਗ ਹੈ, ਜਦੋਂ ਉਹਨਾਂ ਨੇ ਵਚਨ ਕਰਤਾ ਸੀ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਤੇ ਫਿਰ ਗੁਰੂ ਸਾਹਿਬ ਨੇ ਕੀ ਸਾਂਗ ਵਰਤਾਇਆ ਸੀ, ਕਿਹੜੀ ਮਾਇਆ ਵਰਤਾਈ ਸੀ, ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ,